अपनी मेहर कर, अपनी मेहर कर।
दीदी जे तबीयत ठीक नहीं तो चाह बनावा? नहीं, मूड नहीं। की गल मैडम, तबीयत ठीक नहीं लगती? बैठ जावा? थैंक यू। पानी चाहिदा सी ठंडा। सोनू, फ्रिज चो पानी दा जग भर के लिया, ठंडा। ਤੁਹਾਡੇ पेपर कदों ने? जी पता नहीं। डोंट माइंड, उसका तो नेचर ही कुछ एवें दा है। ओके, नो प्रॉब्लम, वी नो। थैंक यू। दीदी चाह बनावा? जीजू दे आउण दा वक्त हो गया। तेनू दीपक नाल एवें दी गल नहीं सी करनी चाहिदी सोनू। आई एम सॉरी दीदी, बट आई डोंट लाइक दैट पर्सन। पर तू उसदी इंसल्ट कर रही सी। पर मैं उसनु कहा भी की है दीदी। होर कहना भी की बाकी सी सोनू। आखिर पिछले 4 सालों तो साडा पेइंग गेस्ट है। किन्ने चंगे संबंध ने उसदे साडे नाल। लेकिन दीदी वो बंदा सानू बिल्कुल पसंद नहीं। सानू की मतलब है तेरा? सानू मतलब सानू, मेनू ते जीजा जी नू भी। पता नहीं दीदी थानू उस विच की खासियत दिसदी है। ओ बंदा सारा सारा दिन साडे घरे इंज घुमदा जिवें इस घर दा मैंबर होवे। ਤੁਹਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਤੁਸੀਂ ਵਿਆਹੇ ਵਰੇ ਹੋ, ਤੁਹਾਡੀ ਆਪਣੀ ਵੀ ਕੋਈ ਮੈਰਿਡ ਲਾਈਫ ਹੈ। ਜੀਜਾ ਜੀ ਦੇ ਹੁੰਦੇ ਤੁਸੀਂ सोनू कैसी तबीयत हुन तेरी? ਹਾਏ ਜੀਜੂ, ਮੇਰਾ ਨਾਵਲ ਲੈ ਕੇ ਆਏ? हाँ भला ये किवें बोल सकदा सी? पूरियां 4 दुकानां फरोलियां पईयां मैनू तेरे इस नावल पिछे। ਥੈਂਕ ਯੂ ਜੀਜੂ, ਹਾਊ ਨਾਈਸ ਆਫ ਯੂ। ਮੈਂ ਹੁਣੇ ਤੁਹਾਡੇ ਲਈ ਚਾਹ ਲਈ। दवाई लेके आयो मेरी। इन्ना खिज क्यों रहनी तू हर वेले? दवाई लेके आयो मेरी। याद नहीं रहा। जे लै भी आंदा तां की फर्क पै जाना सी? असल विच तू मानसिक तौर ते बीमार है ते डॉक्टरां कोल तेरी इस बीमारी दा कोई इलाज नहीं। किन्नी वारी कहा तेनू खुश रहा कर। मूवी देखन चलेंगी? 2 टिकटां लेके आया। मैं बीमार हाँ। मेरी एक टिकट बेकार जाएगी। ਜੀਜੂ ਚਾਹ। सोनू तू मूवी देखन चलेंगी? तेरी दीदी दी तबीयत ठीक नहीं। ਹਾਏ ਮੈਂ ਮਰ ਜਾ। ਕੀ ਹੋਇਆ ਦੀਦੀ? ਸਿਰ ਫੇਰ ਦਰਦ ਕਰ ਰਿਹਾ? ਕਹੋ ਤੇ ਮੈਂ ਸਿਰ ਘੁੱਟ ਦਿਆਂ? दीदी मैं मूवी वेखन जा रही हाँ।
ਜੀਜੂ ਨਾਲ ਘਰ ਸੰਭਾਲ ਲੈਣਾ ਪਲੀਜ਼। ਵੈਸੇ ਠੀਕ ਨਹੀਂ ਲੱਗਦਾ ਰੋੜਾ ਸਾਹਿਬ ਤੁਹਾਨੂੰ ਛੱਡ ਕੇ ਸੋਨੂ ਨਾਲ ਘੁੰਮਣ ਫਿਰਨ ਜਾਣ, ਉਹ ਵੀ ਅਕਸਰ। ਆਖਿਰ ਮੁਹੱਲਾ ਲੋਕ ਨੇ। ਸੋਨੂ ਹੁਣ ਬੱਚੀ ਨਹੀਂ ਰਹੀ, ਵੱਡੀ ਹੋ ਚੁੱਕੀ ਹੈ ਤੇ ਹੋ ਸਕਦਾ ਹੈ ਕੀ ਹੋ ਸਕਦਾ ਹੈ? ਕਿ ਤੁਸੀਂ ਨਹੀਂ ਸਮਝਦੇ। ਡਿੱਗ ਪਈ ਐ ਕੋਈ ਚੀਜ਼ ਲੱਗਦਾ ਮੇਮ ਸਾਹਿਬ, ਬਦਲਿਆ ਜਾਪਿਆ ਰੰਗ ਦੁੱਧ ਦਾ ਯਕਾ ਯਕ, ਮੈਨੂੰ ਕਰਾਂ ਕੀ ਫੇਰ ਇਸ ਦੁੱਧ ਦਾ। ਇੱਕ ਵਾਰ ਪੁੰਛਾਨ ਕੇ ਦੇਖ ਲੈ, ਕਿਤੇ ਤੇਰਾ ਸ਼ੱਕ ਹੀ ਨਾ ਹੋਵੇ। ਜੀ ਮੇਮ ਸਾਹਿਬ। ਪਿਛਲੇ 4 ਸਾਲਾਂ ਤੋਂ ਮੈਂ ਇਸ ਘਰ ਵਿੱਚ ਰਹਿ ਰਿਹਾ।
ਤੇ ਹਮੇਸ਼ਾ ਮਹਿਸੂਸ ਕੀਤਾ ਕਿ ਅਰੋੜਾ ਸਾਹਿਬ ਕਿਸੇ ਫਾਰਮੈਲਿਟੀ ਵਜੋਂ ਤੁਹਾਡੇ ਨਾਲ ਰਿਸ਼ਤਾ ਰੱਖ ਰਹੇ ਹੋ। ਇੱਕ ਦੋ ਵਾਰ ਉਹਨਾਂ ਨਾਲ ਡਰਿੰਕ ਕਰਦਿਆਂ ਮੈਂ ਅਜਿਹੀਆਂ ਗੱਲਾਂ ਨੋਟ ਕੀਤੀਆਂ ਕਿ ਉਹ ਤੁਹਾਡੇ ਕੋਲੋਂ ਬਿਲਕੁਲ ਵੀ ਖੁਸ਼ ਨਹੀਂ, ਮੈਂਟਲੀ ਵੀ ਤੇ ਫਿਜ਼ੀਕਲੀ ਵੀ। ਉਹਨਾਂ ਨੂੰ ਇੰਜ ਲੱਗਦਾ ਕਿ ਤੁਹਾਡੀ ਬਿਮਾਰੀ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਿਮਾਰ ਕਰਕੇ ਰੱਖ ਦਿੱਤਾ। ਖੁਦ ਉਸਨੇ ਬਿਮਾਰ ਕੀਤਾ ਮੈਨੂੰ, ਧੋਖਾ ਕੀਤਾ ਉਸਨੇ ਮੇਰੇ ਨਾਲ। ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਇਸ ਅੱਧੇ ਅਧੂਰੇ ਘਰ ਦੇ ਵਿੱਚ ਜ਼ਿੰਦਗੀ ਗੁਜ਼ਾਰਨੀ ਪਏਗੀ। ਸੋਨੂ ਨੂੰ ਮੈਂ ਪਿੰਡੋਂ ਸ਼ਹਿਰ ਬੁਲਾਇਆ ਸੀ ਇਹੀ ਸੋਚ ਕੇ ਕਿ ਚੱਲ ਉਸਦੀ ਜ਼ਿੰਦਗੀ ਬਣ ਜਾਏਗੀ, ਪਰ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਥੇ ਆ ਕੇ ਮੇਰੀ ਜ਼ਿੰਦਗੀ ਨੂੰ ਚੁਰਾਹੇ ਤੇ ਲਿਆ ਖੜਾ ਕਰੇਗੀ। ਨਾ ਰੱਖੋ ਚੀਜ਼ਾਂ ਨੂੰ ਸੰਭਾਲ ਕੇ ਤਾਂ ਹੁੰਦਾ ਐਵੇਂ ਮੇਮ ਸਾਹਿਬ। ਵੇਖਿਆ ਦੁੱਧ ਮੈਂ ਪੁਣ ਕੇ, ਨਿਕਲੀ ਉਸ ਵਿੱਚੋਂ ਸੱਚਮੁੱਚ ਛਿਪਕਲੀ। ਕੀ ਕਰਾਂ ਫਿਰ ਇਸ ਦੁੱਧ ਦਾ, ਪੀਣ ਜੋਗਾ ਤਾਂ ਰਿਹਾ ਨਹੀਂ। ਹਾਂ, ਹੁਣੇ ਦੁੱਧ ਪੀਣ ਜੋਗਾ ਨਹੀਂ ਰਿਹਾ। ਦਿਆਂ ਡੋਲ ਫਿਰ। ਨਹੀਂ, ਉਬਾਲਾ ਦਵਾਲਾ ਇਸ ਦੁੱਧ ਨੂੰ। ਜੀ ਦਬਾ ਲਵਾਂ ਉਬਾਲਾ ਜ਼ਹਿਰੀਲੇ ਇਸ ਦੁੱਧ ਨੂੰ, ਹਾਂ, ਪਰ ਕਿਸ ਲਈ? ਪੀਣ ਲਈ। ਪੀਏਗਾ ਇਸ ਜ਼ਹਿਰੀਲੇ ਦੁੱਧ ਨੂੰ ਕੌਣ ਭਲਾ? ਉਹੀ ਜਿਨ੍ਹਾਂ ਨੇ ਇਸ ਦੁੱਧ ਨੂੰ ਜ਼ਹਿਰੀਲਾ ਕੀਤਾ ਹੈ। ਜੀ ਨਹੀਂ ਸਮਝਿਆ ਮੈਂ ਕੁਝ ਮੇਮ ਸਾਹਿਬ। ਤੈਨੂੰ ਜੋ ਕਿਹਾ ਤੂੰ ਉਹ ਕਰ। ਇਹ ਕੀ ਕਰਨ ਜਾ ਰਹੇ ਹੋ ਤੁਸੀਂ? ਕੀ ਤੂੰ ਨਹੀਂ ਸਮਝਦਾ? ਕਿਤੇ ਪਾਗਲ ਤਾਂ ਨਹੀਂ ਹੋ ਗਏ ਤੁਸੀਂ? ਹਾਂ, ਪਾਗਲ ਹੋ ਗਈ ਹਾਂ ਮੈਂ। ਦਿਮਾਗ ਫਿਰ ਗਿਆ ਮੇਰਾ। ਮੇਰੀ ਜ਼ਿੰਦਗੀ ਬਰਬਾਦ ਕਰਕੇ ਉਹ ਖੁਦ ਕੇ ਸਮਝਦਾ ਹੈ। ਉਹ ਖੁਦ ਸੋਨੂ ਨਾਲ ਗੁਲਛਰੇ ਉਡਾਏਗਾ। ਮੈਂ ਇਸ ਜ਼ਹਿਰੀਲੇ ਦੁੱਧ ਨਾਲ ਉਹਨਾਂ ਦੋਵਾਂ ਦੀ ਜ਼ਿੰਦਗੀ ਨੂੰ ਹੀ ਖਤਮ ਕਰ ਦਿਆਂਗੀ। ਇਹ ਕੀ ਕਹਿ ਰਹੇ ਹੋ ਤੁਸੀਂ? ਬੇਹੂਦਾ ਸਵਾਲ ਹੈ ਜਦੋਂ ਕਿ ਤੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਮੈਂ ਕੀ ਕਹਿ ਰਹੀ ਹਾਂ। ਮੇਰਾ ਖਿਆਲ ਹੈ ਤੁਸੀਂ ਥੋੜੀ ਦੇਰ ਹੋਰ ਉਡੀਕ ਕਰ ਲੈਣਾ। ਉਡੀਕ? ਕਿਸ ਗੱਲ ਦੀ ਉਡੀਕ? ਉਸ ਦਿਨ ਦੀ ਜਿਸ ਦਿਨ ਮੇਰੇ ਹਸਬੰਡ ਦੇ ਮੇਰੀ ਭੈਣ ਨਾਲ ਅਨੈਤਿਕ ਰਿਸ਼ਤਿਆਂ ਬਾਰੇ ਮੈਨੂੰ ਲੋਕ ਆ ਕੇ ਦੱਸਣ। ਪਰ ਦੀਨੂ, ਉਸਦਾ ਮੂੰਹ ਬੰਦ ਕੀਤਾ ਜਾ ਸਕਦਾ ਹੈ। ਤੇ ਮੈਂ ਹਾਂ, ਤੇਰੀ ਸਮੱਸਿਆ ਹੋ ਸਕਦੀ ਹੈ, ਪਰ ਤੇਰੀਆਂ ਆਪਣੀਆਂ ਵੀ ਕੁਝ ਸਮੱਸਿਆਵਾਂ ਨੇ। ਤੂੰ ਜਵਾਨ ਹੈ ਤੇ ਇਕੱਲਾ ਵੀ, ਤੇ ਫਿਰ ਤੈਨੂੰ ਤੇਰੀ ਪੜ੍ਹਾਈ ਦੇ ਲਈ ਵੀ ਰੈਗੂਲਰ ਪੈਸਾ ਚਾਹੀਦਾ ਹੋਏਗਾ। ਤੂੰ ਜਿਸ ਤਰ੍ਹਾਂ ਦਾ ਚਾਹੇ ਮੈਂ ਤੇਰੇ ਨਾਲ ਸਮਝੌਤਾ ਕਰ ਸਕਦੀ ਹਾਂ। ਹੈ ਤਾਂ ਇਹ ਔਖਾ, ਪਰ ਐਮ ਰੈਡੀ। ਮੇਮ ਸਾਹਿਬ, ਦੁੱਧ ਨੂੰ ਉਬਾਲਾ ਆ ਗਿਆ ਜੀ। ਹਾਂ, ਦੁੱਧ ਨੂੰ ਉਬਾਲਾ ਆ ਗਿਆ। ਪਰ ਤੁਸੀਂ ਇਹ ਸਭ ਕਰੋਗੇ ਕਿਵੇਂ? ਦਿਨੋਂ ਦੁੱਧ ਪੀਣ ਲਈ ਸਾਡੇ ਅੱਗੇ ਰੱਖ ਦੇਗਾ ਤੇ ਮੈਂ ਦੁੱਧ ਪੀਣ ਤੋਂ ਇਨਕਾਰ ਕਰ ਦੇਵਾਂਗੀ। ਤੇ ਜਦ ਕਦੇ ਵੀ ਮੈਂ ਦੁੱਧ ਪੀਣ ਤੋਂ ਇਨਕਾਰ ਕਰ ਦਿੰਦੀ ਹਾਂ, ਉਹ ਤੁਰੰਤ ਹੀ ਮੇਰੇ ਹਿੱਸੇ ਦਾ ਦੁੱਧ ਸੋਨੂ ਨੂੰ ਪਿਲਾ ਦਿੰਦਾ। ਹਾਂ, ਮੇਰੇ ਹਿੱਸੇ ਦਾ ਦੁੱਧ ਬਹੁਤ ਪੀ ਲਿਆ ਕੁੜੀਏ, ਹੁਣ ਤੂੰ ਜ਼ਹਿਰ ਪੀਏਂਗੀ। ਤੇ ਨਾਲੇ ਛਿਪਕਲੀ ਦੇ ਜ਼ਹਿਰ ਦਾ ਕੇਸ ਹੈ, ਫਿਰ ਮੇਰੇ ਤੇ ਕੋਈ ਸ਼ੱਕ ਵੀ ਨਹੀਂ ਕਰੇਗਾ।
ਓਕੇ ਬੈਸਟ ਆਫ ਲੱਕ। ਮੈਂ ਬਾਅਦ ਚ ਆਵਾਂਗਾ। ਦੀਨੂ जी मेम साहब ਮੈਂ ਆਪਣੇ ਕਮਰੇ ਵਿੱਚ ਆ। ਉਹ ਦੋਵੇਂ ਜਣੇ ਜਦੋਂ ਆਉਣ ਪੁੱਛਣ ਤਾਂ ਕਹਿ ਦੇਵੀਂ ਕਿ ਮੈਂ ਖਾਣਾ ਖਾ ਲਿਆ ਤੇ ਖਾਣਾ ਖਵਾਉਣ ਤੋਂ ਬਾਅਦ जी जी मेम साहब ਮੇਮ ਸਾਹਿਬ जी ਉਹ ਆਪਣੇ ਕਮਰੇ ਵਿੱਚ ਨੇ। ਠੀਕ ਹੈ, ਤੂੰ ਚੱਲ ਕੇ ਖਾਣਾ ਲਗਾ। ਉਹ ਸੋ ਰਹੇ ਨੇ। ਠੀਕ ਹੈ, ਤੂੰ ਰਸੋਈ ਵਿੱਚ ਜਾ ਤੇ ਜਾ ਕੇ ਦੀਨੂ ਨੂੰ ਭੇਜ। जी साहब जी पर जरूरत नहीं साहब जी कोई इस जहर दी। हो चुका जहरीला पहला ही बहुत ਡਿੱਗ ਪਈ ਸੀ ਸ਼ਾਮੀ ਕੋਈ ਚੀਜ਼ ਦੁੱਧ ਵਿੱਚ। ਸਗੋਂ ਇਹ ਤਾਂ ਹੋਰ ਵੀ ਚੰਗਾ ਆ। ਉਂਝ ਵੀ ਦੁੱਧ ਨੂੰ ਜ਼ਹਿਰੀਲਾ ਕਰਨ ਦਾ ਇਲਜ਼ਾਮ ਮੇਰੇ ਸਿਰ ਕਿਉਂ ਆਵੇ? ਤੂੰ ਜਾ ਤੇ ਜਾ ਕੇ ਕੰਮ ਕਰ ਆਪਣਾ। ਜੀ ਸਾਹਿਬ ਜੀ ਇੱਕ ਵਾਰ ਫਿਰ ਸੋਚ ਲਓ ਜੀਜਾ ਜੀ। ਹੁਣ ਸੋਚਣ ਦਾ ਵੇਲਾ ਨਹੀਂ ਸੋਨੂੰ। ਇਸ ਤੋਂ ਪਹਿਲਾਂ ਕਿ ਦੀਪਕ ਨਾਲ ਮਿਲ ਕੇ ਸਾਨੂੰ ਖਤਮ ਕਰ ਦੇਵੇ, ਸਾਨੂੰ ਇੱਕ ਕਦਮ ਚੁੱਕ ਲੈਣਾ ਚਾਹੀਦਾ ਹੈ। ਪਤਾ ਨਹੀਂ ਕਿਉਂ ਮੈਨੂੰ ਬਹੁਤ ਡਰ ਲੱਗ ਰਿਹਾ। ਇਸ 'ਚ ਡਰਨ ਵਾਲੀ ਕਿਹੜੀ ਗੱਲ ਹੈ? ਦੀਨੂ ਮੰਨ ਚੁੱਕਿਆ। ਜਦੋਂ ਦੁੱਧ ਪੀਣ ਲਈ ਉਹ ਸਾਡੇ ਅੱਗੇ ਰੱਖੇਗਾ ਤੇ ਮੈਂ ਦੁੱਧ ਪੀਣ ਤੋਂ ਇਨਕਾਰ ਕਰ ਦਿਆਂਗਾ। ਮੈਂ ਜਦੋਂ ਵੀ ਦੁੱਧ ਪੀਣ ਤੋਂ ਇਨਕਾਰ ਕਰਦਾ, ਉਹ ਮੇਰੇ ਹਿੱਸੇ ਦਾ ਦੁੱਧ ਦੀਪਕ ਨੂੰ ਪਿਲਾ ਦਿੰਦੀ ਹੈ। ਮੇਰੇ ਹਿੱਸੇ ਦਾ ਦੁੱਧ ਬਹੁਤ ਪੀ ਲਿਆ ਦੀਪਕ ਸਾਹਿਬ, ਹੁਣ ਤੂੰ ਜ਼ਹਿਰ ਪੀਏਗਾ। ਨਾਲੇ ਛਿਪਕਲੀ ਦੇ ਜ਼ਹਿਰ ਦਾ ਕੇਸ ਹੈ, ਸਾਡੇ ਤੇ ਕੋਈ ਸ਼ੱਕ ਵੀ ਨਹੀਂ ਕਰੇਗਾ। ਓਕੇ, ਬੈਸਟ ਆਫ ਲੱਕ। ਬਾਈ ਗੋਡ, ਕੀ ਕਮੇਡੀ ਫਿਲਮ ਸੀ। ਯੂ ਰੀਅਲੀ ਮਿਸ ਇਟ। ਤੇ ਮੈਂ ਤੈਨੂੰ ਮਿਸ ਕੀਤਾ। ਰੀਅਲੀ ਓ ਯੈਸ। ਜੇ ਯਕੀਨ ਨਹੀਂ ਆਂਦਾ ਤਾਂ ਸੋਨੂੰ ਨੂੰ ਪੁੱਛ। ਦੁੱਧ ਹਾਂ ਵਾਈਟ ਵਾਈਟ। ਅੱਗੇ ਤੁਸੀਂ ਦੁੱਧ ਪੀਣ ਤੋਂ ਇਨਕਾਰ ਕਰ ਦਿੰਦੇ ਹੋ, ਪਰ ਅੱਜ ਪਰ ਤੂੰ ਇਹ ਗੱਲ ਕਿਉਂ ਕਹੀ? ਉਂਜੀ ਐਵੇਂ ਹੀ ਬਸ। ਪਰ ਤੁਸੀਂ ਐਵੇਂ ਹੀ ਕਹਤਾ ਮੰਮੀ। ਤੈਨੂੰ ਇਹ ਕੀ ਕੀਤਾ ਤੂੰ? ਚੱਲ ਕੋਈ ਗੱਲ ਨਹੀਂ ਦਿਨੂ, ਤੂੰ ਕਿਹੜਾ ਜਾਣ ਕੇ ਡੋਲਿਆ? ਨਾਲ ਇੱਕ ਗਲਾਸ ਹੀ ਤਾਂ ਡੁੱਲਿਆ। ਜੋ ਡੁੱਲ ਗਿਆ ਉਹ ਮੇਰੇ ਹਿੱਸੇ ਦਾ। ਚਲੋ ਠੀਕ ਹੈ। ਉਹ ਨਹੀਂ ਬਈ, ਜੋ ਡੁੱਲ ਗਿਆ ਉਹ ਮੇਰੇ ਹਿੱਸੇ ਦਾ। ਉਹ ਮੈਂ ਕਹਿੰਦਾ ਬਾਈ, ਮੇਰਾ ਤਾਂ ਮੂਡ ਹੀ ਨਹੀਂ ਹੈ। ਮੈਂ ਤਾਂ ਅੱਜ ਕੁਝ ਖਾਣਾ ਹੀ ਜ਼ਿਆਦਾ ਖਾ ਲਿਆ ਸੀ। ਮੈਂ ਇਹ ਦੁੱਧ ਨਹੀਂ ਪੀ ਸਕਦੀ।
ਸੋ ਇਹ ਦੁੱਧ ਤੁਸੀਂ ਪੀਓ। ਮੈਂ ਕਹਿਣਾ ਬਾਈ ਮੇਰਾ ਮੂਡ ਨਹੀਂ, ਮੈਂ ਕਿਵੇਂ ਪੀ ਸਕਦਾ? ਤੂੰ ਬਿਮਾਰ ਹੈ, ਇਸ ਦੁੱਧ ਦੀ ਤੈਨੂੰ ਜ਼ਿਆਦਾ ਲੋੜ ਹੈ। ਮੈਂ ਕਿਦੋਂ ਬਿਮਾਰ ਆ? ਤੁਸੀਂ ਆਪ ਹੀ ਤਾਂ ਕਿਹਾ ਸੀ ਕਿ ਮੇਰਾ ਸਿਰਫ ਵਹਿਮ ਹੈ। ਤੁਸੀਂ ਪਿਆਰ ਨਾਲ ਸਮਝਾਇਆ ਤੇ ਮੇਰਾ ਵਹਿਮ ਦੂਰ ਹੋ ਗਿਆ। ਸੋ ਇਹ ਦੁੱਧ ਦਾ ਗਿਲਾਸ ਤੁਸੀਂ ਪੀਓ। ਨਹੀਂ ਬਈ, ਤੂੰ ਕਹਿਣਾ ਨਹੀਂ ਮੰਨਦੀ ਮੇਰਾ, ਤੂੰ ਹਮੇਸ਼ਾ ਜਿੱਦ ਕਰਦੀ ਹੈ। ਇਹ ਦੁੱਧ ਤੈਨੂੰ ਹੀ ਪੀਣਾ ਪੈਣਾ ਹੈ। ਤੁਹਾਨੂੰ ਮੇਰੇ ਪਿਆਰ ਦੀ ਕਸਮ, ਪਲੀਜ਼ ਪੀਓ ਨਾ। ਤੂੰ ਦੇਖ, ਪੀਓ, ਮੈਂ please, ਮੇਰੀ ਗੱਲ ਸੁਣ, please, ਮੇਰੀ ਗੱਲ ਸੁਣ, ਮੈਂ please, ਦੁੱਧ ਪੀਣਾ, ਤੂੰ ਮੇਰੀ ਪਹਿਲਾਂ ਗੱਲ, please, ਤੂੰ ਜਿੱਦ ਕਿਉਂ ਕਰਦੀ ਹੈ? please, ਮੈਂ ਪੀਣਾ, please, ਪਹਿਲਾਂ ਮੇਰੀ ਗੱਲ ਤਾਂ ਪਿਆਰ ਸੁਣ। ਦੀ ਕਸਮ, ਪਲੀਜ਼ ਤੂੰ ਪਰਾਂ ਪਲੀਜ਼ ਪੀਓ। ਪਰਾਂ ਕਰ ਇਸ ਨੂੰ। ਕਿਉਂ? ਤੁਸੀਂ ਇੰਜ ਕਿਉਂ ਕਰ ਰਹੇ ਹੋ ਜਿਵੇਂ ਇਸ ਵਿੱਚ ਜ਼ਹਿਰ ਹੋਵੇ? ਤੇ ਹੋਰ ਕੀ? ਉਹ ਮੇਰਾ ਮਤਲਬ ਦੇਖ, ਤੂੰ ਹੈ ਮੇਰੀ ਧਰਮ ਪਤਨੀ ਤੇ ਧਰਮ ਦੇ ਅਨੁਸਾਰ ਮੇਰਾ ਫਰਜ਼ ਬਣਦਾ ਹੈ ਮੈਂ ਤੇਰਾ ਖਿਆਲ ਰੱਖਾਂ ਤੇ ਤੇਰੀ ਸਿਹਤ ਦਾ ਵੀ ਖਿਆਲ ਰੱਖਾਂ। ਸੋ ਜੇ ਇਹ ਦੁੱਧ ਮੈਂ ਪੀ ਲਵਾਂ ਤਾਂ ਮੇਰੇ ਲਈ ਹੋਇਆ ਨਾ ਜ਼ਹਿਰ ਦੇ ਸਮਾਨ। ਤੇ ਤੂੰ ਦੱਸ ਭਲਾ ਮੈਂ ਇਹ ਜ਼ਹਿਰ ਕਿਵੇਂ ਪੀ ਸਕਦਾ? ਫਿਰ ਤੂੰ ਪੀ ਲੈ। ਕੀ? ਮੇਰਾ ਮਤਲਬ ਹੈ ਦੁੱਧ, ਇਹ ਦੁੱਧ ਤੇਰਾ ਪੀਣਾ ਬਣਦਾ ਹੈ। ਮੈਂ ਇਹ ਦੁੱਧ ਨਹੀਂ ਪੀ ਸਕਦੀ ਕਿਉਂ? ਕਿਉਂਕਿ ਇਸ ਦੁੱਧ ਵਿੱਚ। ਅੱਛਾ, ਪਹਿਲਾਂ ਤੁਸੀਂ ਮੇਰੀ ਇੱਕ ਗੱਲ ਦਾ ਜਵਾਬ ਦਿਓ। ਹਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਕਿ ਨਹੀਂ? ਹਾਂ ਬਿਲਕੁਲ, ਕਿੰਨਾ? ਬਹੁਤ ਸਾਰਾ। ਤੇ ਪਿਆਰ ਕਰਨ ਵਾਲੇ ਦਾ ਕੀ ਫਰਜ਼ ਹੁੰਦਾ ਹੈ? ਉਹ ਆਪਣੇ ਸਾਥੀ ਨੂੰ ਹਰ ਖੁਸ਼ੀ ਦੇਵੇ। ਬਿਲਕੁਲ ਠੀਕ। ਤੇ ਇਸ ਘੜੀ ਮੈਨੂੰ ਖੁਸ਼ੀ ਤਾਂ ਮਿਲਦੀ ਹੈ ਜੇ ਇਹ ਦੁੱਧ ਦਾ ਗਿਲਾਸ ਤੁਸੀਂ ਪੀਓ। ਓਹੋ, ਤੂੰ ਸਮਝਦੀ ਕਿਉਂ ਨਹੀਂ? ਇਹ ਦੁੱਧ ਤੇਰੇ ਲਈ ਬਹੁਤ ਜ਼ਰੂਰੀ ਹੈ। ਮੈਂ ਤੈਨੂੰ ਬਹੁਤ ਪਿਆਰ ਕਰਦਾ। ਜੇ ਯਕੀਨ ਨਹੀਂ ਆਂਦਾ ਤਾਂ ਦੇਖ, ਮੈਂ ਤੈਨੂੰ ਆਪਣੇ ਹੱਥ ਨਾਲ ਪਿਲਾਉਂਗਾ, ਨਹੀਂ, ਬਹੁਤ ਪਿਆਰ ਨਾਲ। ਪੀ ਲੈ, ਮੈਂ ਲੈ, ਦੁੱਧ ਪੀ ਨਹੀਂ- ਲੈ, ਲੈ, ਪੀ ਮੈਂ ਲੈ, ਨਹੀਂ ਪੀ ਲੈ, ਪੀਵਾਂਗੀ। ਪੀ ਲੈ, 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 ਮੈਂ ਲੈ, ਦੁੱਧ ਪੀ ਲੈ, ਨਹੀਂ ਪੀਵਾਂਗੀ। ਲੈ, 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 ਮੈਂ ਪੀ ਲੈ, ਨਹੀਂ ਲੈ, 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 ਮੈਂ ਪੀ, ਦੁੱਧ ਪੀ, ਨਹੀਂ ਪੀ। ਪੀਵਾਂਗੀ। ਕੀ ਹੋਇਆ ਅਰੋੜਾ ਸਾਹਿਬ? ਕੀ ਹੋਇਆ ਦੀਦੀ? ਕੁਝ ਨਹੀਂ, ਕੁਝ ਵੀ ਨਹੀਂ, ਕੁਝ ਵੀ ਤਾਂ ਨਹੀਂ। ਹੋਣਾ ਕੀ ਸੀ? ਦੇਖੋ ਨਾ ਦੀਪਕ ਸਾਹਿਬ, ਇਹ ਕਿੰਨੇ ਅਰਸੇ ਤੋਂ ਬਿਮਾਰ ਚੱਲ ਰਹੇ ਨੇ ਤੇ ਦੁੱਧ ਵੀ ਨਹੀਂ ਪੀ ਰਹੇ। ਕਿਉਂ ਦੀਦੀ, ਕਿਉਂ ਨਹੀਂ ਪੀ ਰਹੇ ਤੁਸੀਂ ਇਹ ਦੁੱਧ? ਪਰ ਜ਼ਬਰਦਸਤੀ ਦੁੱਧ ਪਿਲਾਈ ਕਿਉਂ ਰਹੇ ਹੋ ਅਰੋੜਾ ਸਾਹਿਬ? ਇਹਨਾਂ ਦੀ ਸਿਹਤ ਲਈ। ਇਹਨਾਂ ਦੀ ਸਿਹਤ ਕਾਫੀ ਅਰਸੇ ਤੋਂ ਠੀਕ ਨਹੀਂ ਚੱਲ ਰਹੀ। ਸੋਨੂ, ਤੂੰ ਸਮਝਾਣਾ ਆਪਣੀ ਦੀਦੀ ਨੂੰ। ਦੀਦੀ, ਜੀਜਾ ਜੀ ਠੀਕ ਕਹਿ ਰਹੇ ਨੇ। ਜੇ ਤੁਸੀਂ ਇਹ ਦੁੱਧ ਨਹੀਂ ਪੀਓਗੇ ਤਾਂ ਤੁਹਾਡੀ ਸਿਹਤ ਕਿਵੇਂ ਸੰਭਲੇਗੀ? ਮੇਰੀ ਸਿਹਤ ਨੂੰ ਕੀ ਹੋਇਆ ਸੋਨੂੰ? ਚੰਗੀ ਭਲੀ ਤਾਂ ਹਾਂ ਮੈਂ। ਤੂੰ ਤਾਂ ਸਪੈਸ਼ਲ ਪਿੰਡੋਂ ਇੱਥੇ ਆਈ ਹੈ ਮੇਰੇ ਨਾਲ ਘਰ ਦੇ ਕੰਮਾਂ ਵਿੱਚ ਹੱਥ ਵੰਡਾਉਣ। ਕਿੰਨਾ ਕੰਮ ਕਰਦੀ ਹੈ ਤੂੰ ਸਾਰਾ ਦਿਨ। ਸੋ ਇਹ ਦੁੱਧ ਦੀ ਜ਼ਰੂਰਤ ਤਾਂ ਤੈਨੂੰ ਹੈ। ਬਿਲਕੁਲ ਮਿਸ, ਇਹ ਦੁੱਧ ਤਾਂ ਤੁਹਾਡਾ ਹੀ ਪੀਣਾ ਬਣਦਾ। ਲੈ ਪੀ। ਪਰੇ ਕਰੋ ਇਸ ਨੂੰ, ਮੇਰਾ ਤਾਂ ਇਸ ਨੂੰ ਵੇਖ ਕੇ ਜੀ ਖਰਾਬ ਹੋ ਰਿਹਾ। ਇਸੇ ਜੀ ਖਰਾਬ ਹੋਣ ਵਾਲੀ ਕੀ ਗੱਲ ਹੈ ਸੋਨੂੰ? ਦੁੱਧ ਹੀ ਤਾਂ ਹੈ। ਤੁਸੀਂ ਕਹੋ ਨਾ ਜੀ ਸੋਨੂੰ ਨੂੰ। ਆਖਿਰ ਤੁਹਾਡੀ ਵੀ ਤਾਂ ਲੱਗਦੀ ਹੈ ਕੁਝ। ਪੀ ਲੈ ਸੋਨੂ। ਜੀਜਾ ਜੀ, ਇਹ ਤੁਸੀਂ ਕਹਿ ਰਹੇ ਹੋ? ਉਹ ਬਈ ਆਖਰ ਤੁਹਾਡੇ ਜੀਜੂ ਨੇ। ਇਹ ਤੁਹਾਡਾ ਖਿਆਲ ਨਹੀਂ ਰੱਖਣਗੇ ਤਾਂ ਹੋਰ ਕੌਣ ਰੱਖੇਗਾ? ਮੇਰਾ ਖਿਆਲ ਤਾਂ ਜੀਜਾ ਜੀ ਪਹਿਲਾਂ ਹੀ ਬਹੁਤ ਰੱਖਦੇ ਨੇ। ਤੁਸੀਂ ਆਪਣੀ ਗੱਲ ਕਰੋ। ਜੀਜਾ ਜੀ, ਇਹ ਦੁੱਧ ਤੁਸੀਂ ਇਹਨਾਂ ਨੂੰ ਹੀ ਦੇ ਦਿਓ। ਵੈਸੇ ਵੀ ਤਾਂ ਪੀਂਦੇ ਨੇ ਇਹ ਸਾਡੇ ਘਰੋਂ ਦੁੱਧ। ਮੇਰਾ ਤਾਂ ਮੂਡ ਨਹੀਂ ਕੁਝ ਵੀ ਖਾਣ ਪੀਣ ਦਾ, ਤੇ ਮਿੱਠਾ ਦੁੱਧ ਤਾਂ ਮੈਂ ਪੀ ਹੀ ਨਹੀਂ ਸਕਦਾ। ਉਹ ਛੱਡੋ ਦੀਪਕ ਜੀ, ਸੋਨੂ ਇੰਨੇ ਪਿਆਰ ਨਾਲ ਕਹਿ ਰਹੀ ਹੈ, ਫੇਰ ਇੱਕ ਗਲਾਸ ਦੁੱਧ ਦਾ ਕੀ ਹੈ? ਮਰਦੋ ਆਖਰ, ਪੀ ਲੋ। ਫੇਰ ਤੁਸੀਂ ਤਾਂ ਸਾਡੇ ਗੈਸਟ ਹੋ, ਚਾਹੇ ਪੇਇੰਗ ਹੀ ਸਹੀ। ਇਹ ਤਾਂ ਸਾਡਾ ਫਰਜ਼ ਬਣਦਾ ਕਿ ਤੁਹਾਡਾ ਖਿਆਲ ਰੱਖੀਏ। ਲੋ ਪੀਓ, ਪੀ ਲੋ ਵੀ। ਲੈ ਲੋ। ਤੁਸੀਂ ਕਹੋ ਨਾ ਦੀਪਕ ਜੀ ਨੂੰ, ਆਖਰ ਤੁਹਾਡੇ ਵੀ ਤਾਂ ਕੁਝ ਲੱਗਦੇ ਨੇ। ਪੀ ਲਓ ਦੀਪਕ ਜੀ। ਇਹ ਤੁਸੀਂ ਕਹਿ ਰਹੇ ਹੋ ਮਿਸਿਸ ਅਰੋੜਾ? ਆਖਿਰ ਤੁਹਾਡੇ ਹੋਸਟ ਨੇ, ਇਹ ਤੁਹਾਡਾ ਖਿਆਲ ਨਾ ਰੱਖਣਗੇ ਤਾਂ ਕੌਣ ਰੱਖੇਗਾ? ਲੈ ਲੋ ਨਾ।
बहुत अच्छे साहब जी। ਚਲੋ ਠੀਕ ਹੈ, ਹੁਣ ਦਿਨੂ ਫੈਸਲਾ ਕਰੇਗਾ ਇਹ ਦੁੱਧ ਕਿਹਨੂੰ ਪੀਣਾ ਚਾਹੀਦਾ ਹੈ। हाँ हाँ बिल्कुल। ਓਕੇ। ਦੈਟਸ ਰਾਈਟ। ਦੱਸ ਦਿਨੂ ਇਹ ਦੁੱਧ ਦੀਦੀ ਨੂੰ ਪੀਣਾ ਚਾਹੀਦਾ। ਕਿ ਦੀਪਕ ਜੀ ਨੂੰ? नहीं नहीं ए दूध सोनू नु पीना चाहिए है। ਕਿ ਅਰੋੜਾ ਸਾਹਿਬ ਨੂੰ ਅਜਿਹਾ ਫੈਸਲਾ ਕਰੀ ਦਿਨੂ ਕਿ ਸਾਡੀ ਸਾਰੀ ਸਮੱਸਿਆ ਹੀ ਖਤਮ ਹੋ ਜਾਵੇ। ਤੇ ਫਿਰ ਕਦੇ ਪੈਦਾ ਨਾ ਹੋਵੇ। ਬੋਲ ਬਾਈ ਬੋਲ ਦਿਨੂ, ਸਾਰੇ ਇੰਤਜ਼ਾਰ ਕਰ ਰਹੇ ਨੇ। ख्याल है मेरा ਹਾਂ हाँ, ਹਾਂ हाँ। ਹਾਂ। ए दुध ख्याल है मेरा ए दूध करके थोड़ा थोड़ा पी जाना चाहिदा है तुहानू चारां नू ही। ਠਹਿਰ ਜਾ ਦਿਨੂ, ਇਸ ਦੁੱਧ ਨੂੰ ਪਿਆ ਰਹਿਣ ਦੇ। ਇੱਕ ਦੁੱਧ ਦੀ ਡੋਲਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਇਹ ਜ਼ਹਿਰ ਸਿਰਫ ਦੁੱਧ ਵਿੱਚ ਹੀ ਨਹੀਂ, ਸਾਡੇ ਮਨਾਂ ਵਿੱਚ ਵੀ ਫੈਲ ਗਿਆ ਏ, ਸਾਡੇ ਖੂਨ ਵਿੱਚ ਪੂਰੀ ਤਰ੍ਹਾਂ ਰਚ ਗਿਆ ਏ। ਜ਼ਰੂਰਤ ਹੈ ਇਸ ਅੰਦਰਲੇ ਜ਼ਹਿਰ ਨੂੰ ਡੋਲਣ ਦੀ। ਪਰ ਲਹੂ ਵਿੱਚ ਜ਼ਹਿਰ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾ ਸਕਦਾ ਅਰੋੜਾ ਸਾਹਿਬ? ਇੱਕ ਹੀ ਤਰੀਕਾ ਹੈ, ਇਸ ਨੂੰ ਪੀ ਲਈਏ ਤੇ ਪਚਾ ਲਈਏ। ਜ਼ਹਿਰ ਨੂੰ ਪਚਾ ਲਈਏ? ਹਾਂ, ਪੀ ਲਈਏ ਤੇ ਪਚਾ ਲਈਏ। ਯਕੀਨ ਕਰੋ, ਜੇ ਅਸੀਂ ਇਸ ਨੂੰ ਪਚਾ ਲਿਆ ਤਾਂ ਸਦਾ ਲਈ ਅਮਰ ਹੋ ਜਾਵਾਂਗੇ। ਪਰ ਇਸ ਜ਼ਹਿਰ ਨੂੰ ਪੀ ਕੇ ਤਾਂ ਅਸੀਂ ਮਰ ਵੀ ਸਕਦੇ ਹਾਂ। ਹਾਂ, ਹੋ ਸਕਦਾ ਹੈ। ਇਹ ਤਾਂ ਨਿਰਾਸ਼ਾਵਾਦੀ ਸੋਚ ਹੈ ਅਰੋੜਾ ਸਾਹਿਬ। ਇਸ ਸ਼ੱਕ ਭਰੀ ਜ਼ਿੰਦਗੀ ਵਿੱਚ ਤੁਸੀਂ ਕਿਸ ਗੱਲ ਦੀ ਆਸ਼ਾ ਕਰਦੇ ਹੋ ਦੀਪਕ ਸਾਹਿਬ? पर आखिर इस समस्या का हल की है? ਬਸ ਇਹੀ, ਅਸੀਂ ਇਸ ਜ਼ਹਿਰ ਨੂੰ ਚੁੱਕੀਏ ਤੇ ਪੀ ਜਾਈਏ। ਮਰ ਜਾਵਾਂਗੇ ਤਾਂ ਸਾਡੀ ਸਾਰੀ ਸਮੱਸਿਆ ਖਤਮ। ਜੇ ਅਸੀਂ ਇਸ ਨੂੰ ਪਚਾ ਲਿਆ ਤਾਂ ਸਦਾ ਲਈ ਜ਼ਹਿਰ ਦੇ ਡਰ ਤੋਂ ਆਜ਼ਾਦ ਹੋ ਜਾਵਾਂਗੇ। ਫਿਰ ਸਾਡੇ ਕੋਲ ਕਿਸੇ ਦੇ ਕੋਈ ਸ਼ੱਕ ਕਰਨ ਦਾ ਕਾਰਨ ਨਹੀਂ ਰਹਿ ਜਾਵੇਗਾ। घुट पहला पर भरेगा कौन? ਇਹ ਪ੍ਰਯੋਗ ਅਸੀਂ ਆਪਣੇ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਲਈ ਕਰ ਰਹੇ ਹਾਂ। ਫਿਰ ਕੋਈ ਜ਼ਹਿਰ ਪਹਿਲਾਂ ਪੀਵੇ ਜਾਂ ਪਿੱਛੋਂ, ਕੀ ਫਰਕ ਪੈਂਦਾ? पैंदा पैंदा साहब जी, फर्क पैंदा।
ਜੋ ਬੰਦਾ ਮਰ ਜਾਏਗਾ ਪਹਿਲਾਂ ਜ਼ਹਿਰ ਦਾ ਘੁੱਟ ਭਰ ਕੇ ਕਿਵੇਂ ਪਤਾ ਲੱਗੇਗਾ ਉਸ ਨੂੰ ਕਿ ਲਿੱਤਾ ਹੈ ਪ੍ਰਯੋਗ 'ਚ ਹਿੱਸਾ ਉਸਦੇ ਬਾਕੀ ਸਾਥੀਆਂ ਨੇ ਵੀ। ਜਦ ਅਸੀਂ ਪੂਰਨ ਸਹਿਮਤੀ ਨਾਲ ਆਪਣੀ ਜ਼ਿੰਦਗੀ ਨੂੰ ਜ਼ਹਿਰ ਮੁਕਤ ਬਣਾਉਣ ਲਈ ਇਹ ਪ੍ਰਯੋਗ ਕਰ ਰਹੇ ਹਾਂ, ਫਿਰ ਇੱਕ ਦੂਜੇ ਤੇ ਜਿਹਾ ਸ਼ੱਕ ਕਿਉਂ? छिपकलियां हाले मरियानी साहब जी। मरनिया ने। ਪਰ ਇੰਨਾ ਵਿਸ਼ਵਾਸ ਤਾਂ ਸਾਨੂੰ ਇੱਕ ਦੂਸਰੇ ਤੇ ਕਰਨਾ ਹੀ ਪਵੇਗਾ। ਜ਼ਿੰਦਗੀ ਭਰ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਕੀਤਾ ਤੇ ਮੌਤ ਵੇਲੇ ਕਿਵੇਂ ਕਰਾਂਗੇ? ਪਰ ਤੁਸੀਂ ਇਹ ਕਿਵੇਂ ਮੰਨ ਲਿਆ ਅਸੀਂ ਇਹ ਜ਼ਹਿਰ ਪੀ ਕੇ ਮਾਰੀ ਜਾਵਾਂਗੇ? फैसला होया नहीं हाले साहब जी कि ए जहर पहला पीवेगा कौन। ਤੇ ਇਸ ਦਾ ਫੈਸਲਾ ਅਸੀਂ ਪਰਚੀਆਂ ਪਾ ਕੇ ਵੀ ਕਰ ਸਕਦੇ ਹਾਂ। ਪਰਚੀਆਂ ਪਾ ਕੇ? ਹਾਂ ਦਿਨੂ, ਤੂੰ ਅੰਦਰੋਂ ਕਾਗਜ਼ ਤੇ ਪੈਨ ਲੈ ਕੇ ਆਏਗਾ? ਹਾਂ, ਜੇ ਅਸੀਂ ਇਹ ਪ੍ਰਯੋਗ ਕਰਦੇ ਮਰ ਜਾਵਾਂਗੇ ਤੇ ਘਰ ਤੇ ਬਾਕੀ ਪ੍ਰਾਪਰਟੀ ਦੀ ਸਮੱਸਿਆ ਰਹਿ ਜਾਵੇਗੀ। ਤੇ ਸਾਡੇ ਪਿੱਛੋਂ ਮੈਂ ਚਾਹਾਂਗਾ ਕਿ ਸਭ ਕੁਝ ਸਰਕਾਰੀ ਖਾਤੇ ਜਾਣ ਦੀ ਬਜਾਏ ਸਾਡੇ ਨੌਕਰ ਦੀਨੂ ਨੂੰ ਮਿਲ ਜਾਏ, ਕਿਉਂਕਿ ਦੀਨੂ ਸਾਡਾ ਪੁਰਾਣਾ ਤੇ ਵਫਾਦਾਰ ਨੌਕਰ ਹੈ। ਵਫਾਦਾਰ। पर्चियां ले आया मैं बना के साहब जी। टाइम बचू थोड़ा। ठीक है दिनू, मैं सादे कागज ते वसीयत लिख दी है ताकि तेरे वेले सिर काम आ सके। हुण तू जा सकदा है। जे असीं जिंदा रहे तो तेन जरूर बुलावांगे। जी साहब जी। चलो साथियों, जिंदगी दे जहर बारे कोई फैसला करिए। चलो साथियों, इस प्रयोग च पैर मैं करता हूं। चार नंबर है मेरा। चलो साथियों, तुसी भी चक्को पर्चियां। चल सुनो, एक नंबर नहीं है मेरा। दो नंबर। चलो तुसी भी चक्को पर्ची।
ਨਹੀਂ, ਮੈਂ ਜ਼ਹਿਰ ਨਹੀਂ ਪੀਵਾਂਗਾ। ਤੁਸੀਂ ਧੋਖਾ ਕੀਤਾ ਮੇਰੇ ਨਾਲ। ਤੁਸੀਂ ਸਾਜ਼ਿਸ਼ ਰਚੀ ਹੈ ਮੈਨੂੰ ਮਾਰਨ ਦੀ। ਮੈਂ ਤੁਹਾਡੀ ਸਾਜ਼ਿਸ਼ ਦਾ ਸ਼ਿਕਾਰ ਹਰਗਿਜ਼ ਨਹੀਂ ਹੋਵਾਂਗਾ। ਮੈਂ ਜ਼ਹਿਰ ਨਹੀਂ ਪੀਵਾਂਗਾ। ਮੈਂ ਜ਼ਹਿਰ ਹਰਗਿਜ਼ ਨਹੀਂ ਪੀਵਾਂਗਾ। ਤੁਸੀਂ ਸਾਡੇ ਤੇ ਖਾਮਖਾ ਸ਼ੱਕ ਕਰ ਰਹੇ ਹੋ ਮਿਸਟਰ ਵਨ। ਇਹ ਕੋਈ ਸਾਜ਼ਿਸ਼ ਨਹੀਂ, ਇਹ ਸਿਰਫ ਕਿਸਮਤ ਦੀ ਗੱਲ ਹੈ। ਸਹਿਮਤੀ ਨਾਲ ਲੜਨੀ ਚਾਹੀਦੀ ਹੈ। ਕਿਉਂ ਮਿਸ 2 ਐਂਡ 3? ਯੈਸ ਮਿਸਟਰ 4। ਅਸੀਂ ਸਹਿਮਤ ਹਾਂ। ਹੌਸਲਾ ਰੱਖੋ ਮਿਸਟਰ ਵਨ। ਇਹ ਸਾਡਾ ਤੁਹਾਡੇ ਨਾਲ ਵਾਅਦਾ ਹੈ। ਇਹ ਜ਼ਹਿਰ ਤੁਹਾਡੇ ਤੇ ਕਿਹੋ ਜਿਹਾ ਵੀ ਅਸਰ ਕਰੇ, ਸਮਝੌਤੇ ਅਨੁਸਾਰ ਅਸੀਂ ਇਸ ਨੂੰ ਜ਼ਰੂਰ ਪੀਵਾਂਗੇ। ਆਓ, ਪ੍ਰਯੋਗ ਵਿੱਚ ਦੇਰੀ ਹੋ ਰਹੀ ਹੈ। ਇਹ ਹੈ ਜ਼ਹਿਰ ਦਾ ਗਿਲਾਸ। ਚੰਗਾ ਰਹੇਗਾ इसके बराबर 4 हिस्से कर ले जान। और भी चंगा रहेगा ये काम तुसी अपने हत्थां नाल करो ताकि तुहानू साडे ते किसी किस्म का कोई शक ना रह जाए। बाकी दे गिलास रसोई विच हन ते रसोई दा तुहानू पता ही है। बहुत खूब। ਤੁਸੀਂ ਆਪਣੇ ਹਿੱਸੇ ਦਾ ਗਲਾਸ ਚੱਕੋ ਤੇ ਪੀ ਲਵੋ। ਅਸੀਂ ਤੁਹਾਨੂੰ ਤੁਹਾਡੇ ਇਸ ਕੰਮ ਲਈ ਸ਼ੁਭ ਕਾਮਨਾਵਾਂ ਦਿੰਨੇ ਆ ਤੇ ਦੁਆ ਕਰਦੇ ਆ ਤੁਸੀਂ ਇਸ ਜ਼ਹਿਰ ਤੇ ਜਿੱਤ ਪ੍ਰਾਪਤ ਕਰੋ। हाँ, मैं ਜ਼ਹਿਰ ਪੀਵਾਂਗਾ ਤਾਂ ਜੋ ਉਸ ਜ਼ਹਿਰ ਤੋਂ ਮੁਕਤ ਹੋ ਸਕਾਂ ਜੋ ਮੇਰੇ ਸਰੀਰ ਅੰਦਰ ਫੈਲ ਗਿਆ ਹੈ, ਮੇਰੇ ਲਹੂ ਵਿੱਚ ਬੁਰੀ ਤਰ੍ਹਾਂ ਰਚ ਗਿਆ ਹੈ। ਭਾਵੇਂ ਜਿੱਤ ਕੇ ਭਾਵੇਂ ਹਾਰ ਕੇ। ਅਲਵਿਦਾ।
ਵਿੱਚ ਹੈ ਪਰ ਜ਼ਹਿਰ ਮੇਰੇ ਸਰੀਰ ਵਿੱਚ ਫੈਲ ਗਿਆ ਹੈ ਤੇ ਨਸਾਂ ਵਿੱਚ ਫਿਰਦੇ ਲਹੂ ਵਿੱਚ ਘੁਲ ਰਿਹਾ ਹੈ ਤੇ ਹੁਣ ਮੇਰੇ ਦਿਲ ਵੱਲ ਜਾ ਰਿਹਾ ਹੈ। ਮੈਨੂੰ ਕੁਝ ਹੋ ਰਿਹਾ ਹੈ। ਮੇਰਾ ਸਿਰ ਚਕਰਾ ਰਿਹਾ ਹੈ। ਮੈਨੂੰ ਕੁਝ ਹੋ ਰਿਹਾ। ਮੈਂ ਜ਼ਹਿਰ ਤੋਂ ਹਾਰ ਰਿਹਾ। ਸਾਡਾ ਪ੍ਰਯੋਗ ਮੇਰੇ ਅੰਦਰ ਕੁਝ ਟੁੱਟ ਰਿਹਾ। ਮੈਂ ਜ਼ਹਿਰ ਤੋਂ ਹਾਰ ਰਿਹਾ। ਮੈਨੂੰ ਕੁਝ ਹੋ ਰਿਹਾ। ਇਹ ਤਾਂ ਮਰ ਗਿਆ। नहीं मैं जहर नहीं पियांगी। नहीं मैं जहर नहीं पियांगी। नहीं। सोनू सोनू होश कर सोनू। दीदी दीदी मेरे बचा लो दीदी। दीदी मैं मरना नहीं चाहती। देखो दीदी वो मर गया। उसकी नाड़ा क्यों फूल गया दीदी। उसकी आंखें बाहर आ गया दीदी। दीदी मैं मरना नहीं चाहती। मैं प्रॉमिस करती हूँ मैं दोनों कभी परेशान नहीं करांगी। मैं घर वापस चली जाऊंगी दीदी। दीदी मैं कभी थोड़ी लाइफ से नहीं आऊंगी। दीदी तुझे कुछ बोलते क्यों नहीं दीदी। जीजा जी दीदी तुझ तक कहते थोड़े अंदर मैंने कुछ नहीं हो सकता। आज दसो मैं किवें मर जावांगी। जीजू प्लीज प्लीज जीजू। सोनू दीदी मैं जहर नहीं पियांगी दीदी। तेनू कुछ नहीं होवेगा सोनू। तेनू कुछ नहीं होवेगा। तेनू कुछ नहीं होवेगा। सुनो हुणे प्रयोग खत्म हो गया। हुण सोनू ये जहर नहीं पिएगी। क्यों नहीं पिएगी ये ਜ਼ਹਿਰ? इसनू ये ਜ਼ਹਿਰ पीना ही पवेगा। आखिर तुसी इन्ने जालिम किवें हो सकदे हो? ਤੁਹਾਡੀ ਵੀ ਤਾਂ ਲੱਗਦੀ ਆ ਉਹ ਕੁਝ। फिर उसदे हिस्से दा ਜ਼ਹਿਰ तू पी ले। ਕਿਉਂ? ਮੈਂ ਤੁਹਾਡੀ ਕੁਝ ਨਹੀਂ ਲੱਗਦੀ। ਸਾਡੇ ਘਰ ਤੇ ਮਨਾਂ ਵਿੱਚ ਫੈਲੇ ਜ਼ਹਿਰ ਨੇ ਸਾਡੇ ਸਾਰੇ ਰਿਸ਼ਤੇ ਖਤਮ ਕਰ ਦਿੱਤੇ ਨੇ। ਹੁਣ ਸਾਡੇ ਵਿੱਚੋਂ ਕੋਈ ਕਿਸੇ ਦਾ ਕੁਝ ਨਹੀਂ ਲੱਗਦਾ। ਹੁਣ ਅਸੀਂ ਸਿਰਫ 1 2 3 ਤੇ 4 ਆ। ਸਿਰਫ 1 2 3 ਤੇ 4 ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਜ਼ਹਿਰ ਮੁਕਤ ਬਣਾਉਣ ਲਈ ਇਹ ਪ੍ਰਯੋਗ ਕਰਨ ਦਾ ਫੈਸਲਾ ਕੀਤਾ ਹੈ। ਹੋ ਚੁੱਕਾ ਹੈ ਪ੍ਰਯੋਗ। ਉਹ ਐਸੇ ਜ਼ਹਿਰ ਨੂੰ ਪੀ ਕੇ ਮਰਿਆ। ਕਿਸ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਇਹ ਜ਼ਹਿਰ ਨੂੰ ਪੀ ਕੇ ਅਸੀਂ ਮਰ ਜਾਵਾਂਗੇ ਤੇ ਇਹ ਜ਼ਹਿਰ ਅਸੀਂ ਨਹੀਂ ਪਚਾ ਸਕਦੇ। ਪਰ ਉਹ ਇਸ ਪ੍ਰਯੋਗ ਵਿੱਚ ਸਾਡਾ ਸਾਥੀ ਸੀ। ਸਾਥੀ? ਪਰ ਕਿਸ ਦਾ ਸਾਥੀ? ਉਹ ਤਾਂ ਦੁਸ਼ਮਣ ਸੀ ਸਾਡਾ। ਉਸਨੇ ਸਾਡੇ ਘਰ ਵਿੱਚ ਸ਼ੱਕ ਦੀ ਦੀਵਾਰ ਖੜੀ ਕੀਤੀ ਤੇ ਸਾਡੇ ਘਰ ਵਿੱਚ ਜ਼ਹਿਰ ਫੈਲਾਇਆ। ਚੰਗਾ ਹੋਇਆ ਜੋ ਉਹ ਮਰ ਗਿਆ। ਹੁਣ ਸੋਨੂੰ ਇਹ ਜ਼ਹਿਰ ਨਹੀਂ ਪੀਏਗੀ ਤੇ ਸਾਡੇ ਵਿੱਚੋਂ ਵੀ ਕੋਈ ਵੀ ਇਹ ਜ਼ਹਿਰ ਨਹੀਂ ਪੀਏਗਾ। ਅਸੀਂ ਆਪਣੀ ਜ਼ਿੰਦਗੀ ਨੂੰ ਇਸ ਪ੍ਰਯੋਗ ਤੋਂ ਬਗੈਰ ਵੀ ਤਾਂ ਖੂਬਸੂਰਤ ਬਣਾ ਸਕਦੇ ਹਾਂ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰਾਂਗੇ ਨਵੇਂ ਸਿਰਿਓਂ। ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਮੈਂ ਤੁਹਾਨੂੰ ਕਿਸੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਤੇ ਤੁਹਾਨੂੰ ਕਦੇ ਵੀ ਸ਼ਰਮਿੰਦਾ ਨਹੀਂ ਹੋਣ ਦੇਵਾਂਗੀ। ਤੁਸੀਂ ਵੀ ਮੇਰੇ ਨਾਲ ਅਜਿਹਾ ਹੀ ਵਾਅਦਾ ਕਰੋ। ਆਪਾਂ ਸੋਨੂ ਨੂੰ ਵਾਪਸ ਪਿੰਡ ਭੇਜ ਦੇਵਾਂਗੇ ਤੇ ਬੀਤੇ ਦੀਆਂ ਸਾਰੀਆਂ ਗੱਲਾਂ ਭੁਲਾ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਾਂਗੇ। ਪਰ ਬਸ ਜੋ ਹੋਣਾ ਸੀ ਉਹ ਹੋ ਗਿਆ। ਹੁਣ ਸਾਡੇ ਵਿੱਚੋਂ ਕੋਈ ਵੀ ਇਹ ਜ਼ਹਿਰ ਨਹੀਂ ਪੀਏਗਾ। ਸੋਨੂ ਦਰਵਾਜ਼ਾ ਖੋਲ। ਸੋਨੂ ਦਰਵਾਜ਼ਾ ਖੋਲ। ਸੋਨੂ ਪਾਗਲ ਨਾ ਬਣ। ਸੋਨੂ ਦਰਵਾਜ਼ਾ ਖੋਲ। ਹਾਂ ਸੋਨੂ ਦਰਵਾਜ਼ਾ ਖੋਲ। ਅਸੀਂ ਫੈਸਲਾ ਕਰ ਲਿਆ ਅਸੀਂ ਇਹ ਜ਼ਹਿਰ ਨਹੀਂ ਪੀਵਾਂਗੇ। सच ਹਾਂ ਸੋਨੂ ਸੱਚ। दीदी ਹਾਂ ਸੋਨੂ ਹੁਣ ਅਸੀਂ ਇਹ ਜ਼ਹਿਰ ਨਹੀਂ ਪੀਵਾਂਗੇ। ਦੀਨੂ ਮਰੇ ਨਹੀਂ ਸਾਹਿਬ ਜੀ ਤੁਸੀਂ ਹਾਲੇ। ਕੀ ਮਤਲਬ? ਮਤਲਬ ਮੇਰਾ ਤੁਸੀਂ ਜ਼ਹਿਰ ਪੀਤਾ ਨਹੀਂ। ਨਹੀਂ
ਤੇ ਅਸੀਂ ਪੀਵਾਂਗੇ ਵੀ ਨਹੀਂ। ਇਹਨਾਂ ਗਲਾਸਾਂ ਨੂੰ ਚੁੱਕ ਤੇ ਜਾ ਕੇ ਡੋਲ ਦੇ। ਪਰ ਦੀਪਕ ਜੀ। ਮਰ ਗਿਆ, ਇਸ ਦਾ ਵੀ ਕੁਝ ਸੋਚਣਾ ਪਏਗਾ। जी साहब जी। ਠਹਿਰ ਜਾ ਦੀਨੂ, ਹਾਲੇ ਦੁੱਧ ਨਾ ਡੋਲ। ਸਮੱਸਿਆ ਤਾਂ ਲਹੂ ਵਿਚਲੇ ਜ਼ਹਿਰ ਨੂੰ ਡੋਲਣ ਦੀ ਸੀ ਅਰੋੜਾ ਸਾਹਿਬ, ਦੁੱਧ ਵਿਚਲੇ ਜ਼ਹਿਰ ਨੂੰ ਡੋਲਣ ਦੀ ਨਹੀਂ। ਤੁਸੀਂ ਮਰੇ ਨਹੀਂ? ਨਹੀਂ, ਮੈਂ ਇਹ ਜ਼ਹਿਰ ਪਚਾ ਲਿਆ ਹੈ ਤੇ ਹੁਣ ਮੈਂ ਅਮਰ ਹੋ ਗਿਆ। ਯਕੀਨ ਨਹੀਂ ਆਉਂਦਾ ਤਾਂ ਖੁਦ ਟਰਾਈ ਕਰ ਸਕਦੇ ਹੋ। ਚੁੱਕੋ ਗਲਾਸ ਤੇ ਪੀ ਕੇ ਦੇਖੋ। ਇਹ ਜ਼ਹਿਰ ਨਹੀਂ, अमृत है अमृत। ਝੂਠ ਬੋਲਦਾ ਹੈ, ਇਸਨੇ ਜ਼ਹਿਰ ਪੀਤਾ ਨਹੀਂ ਹੋਣਾ। ਅੱਛਾ ਚਲੋ ਇੰਜੀ ਸਹੀ। ਰਸੋਈ ਵਿੱਚੋਂ ਜ਼ਹਿਰ ਦੇ 4 ਨਹੀਂ 3 ਗਲਾਸ ਆਏ ਸਰ, ਤੇ 1 ਗਲਾਸ ਵਿੱਚ ਸ਼ੁੱਧ ਦੁੱਧ ਸੀ। ਫ੍ਰਿਜ ਦਾ ਠੰਡਾ ਠੰਡਾ ਸ਼ੁੱਧ ਦੁੱਧ। ਇਸ ਦਾ ਮਤਲਬ ਤੁਸੀਂ ਸਾਡੇ ਨਾਲ ਧੋਖਾ ਕੀਤਾ? ਧੋਖਾ? ਉਹ ਵੀ ਤੁਹਾਡੇ ਨਾਲ? ਇਹ ਤੁਸੀਂ ਕਹਿ ਰਹੇ ਹੋ ਮਿਸਿਸ ਅਰੋੜਾ? ਦੇਖੋ ਮਿਸਟਰ ਦੀਪਕ, ਇਹ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਮਰੇ ਨਹੀਂ। ਸੱਚ ਤਾਂ ਇਹ ਹੈ, ਜਦੋਂ ਤੁਸੀਂ ਦੁੱਧ ਪੀ ਕੇ ਡਿੱਗੇ ਤਾਂ ਮੇਰੇ ਮਨ ਤੇ ਬੋਝ ਜਿਹਾ ਪੈ ਗਿਆ ਸੀ। ਹੁਣ ਜਦੋਂ ਅਸਲੀਅਤ ਸਾਡੇ ਸਾਹਮਣੇ ਹੈ, ਕਿਉਂ ਨਾ ਆਪਾਂ ਆਪਣੀ ਗਲਤੀ ਤੇ ਸ਼ਰਮਿੰਦੇ ਹੋਈਏ, ਅਗਾਂਹ ਤੋਂ ਨੋਰਮਲ ਜ਼ਿੰਦਗੀ ਜੀਣ ਦਾ ਫੈਸਲਾ ਕਰੀਏ। ਮੈਂ ਤੇ ਮੇਰੀ ਬੀਵੀ ਨੇ ਨਵੇਂ ਸਿਰੋਂ ਜ਼ਿੰਦਗੀ ਜੀਣ ਦਾ ਫੈਸਲਾ ਕੀਤਾ ਤੇ ਮੇਰੀ ਸਲਾਹ ਹੈ, ਜੇ ਤੁਸੀਂ ਯੋਗ ਸਮਝੋ ਤੇ ਇਹਨਾਂ ਨੂੰ ਕੋਈ ਇਤਰਾਜ਼ ਨਾ ਹੋਵੇ ਤੇ ਤੁਹਾਨੂੰ ਦੋਨਾਂ ਨੂੰ ਨਵੇਂ ਸਿਰੋਂ ਜ਼ਿੰਦਗੀ ਸ਼ੁਰੂ ਕਰਨੀ ਚਾਹੀਦੀ ਹੈ ਇਕੱਠਿਆਂ। ਮੈਨੂੰ ਭਲਾ ਇਸ ਵਿੱਚ ਕੀ ਇਤਰਾਜ਼ ਹੋਵੇਗਾ? ਤੁਸੀਂ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਮਿਸਟਰ ਦੀਪਕ। ਓਕੇ, ਸ਼ਾਇਦ ਇਹ ਠੀਕ ਰਹੇਗਾ। ਵੈਰੀ ਗੁੱਡ, ਹੁਣ ਸਭ ਕੁਝ ਠੀਕ ਹੋ ਗਿਆ। ਰਿਸ਼ਤਿਆਂ ਦੀ ਫਾਰਮੇਸ਼ਨ ਚੋਂ ਗੜਬੜ ਹੋ ਗਈ ਸੀ, ਹੁਣ ਉਹ ਦੂਰ ਹੋ ਗਈ ਹੈ। ਇਹ ਗੜਬੜ ਤਾਂ ਬਹੁਤ ਦੇਰ ਪਹਿਲਾਂ ਹੀ ਦੂਰ ਹੋ ਜਾਣੀ ਚਾਹੀਦੀ ਸੀ। ਖੈਰ, ਦੇਰ ਆਈ ਦਰੁਸਤ ਹੈ। ਦੀਨੂ, ਇਹ ਦੁੱਧ ਦੇ ਗਿਲਾਸ ਲਿਜਾ ਕੇ ਡੋਲ ਦੇ ਤੇ ਐਂ ਕਰ 4 ਗਿਲਾਸ ਸ਼ਰਬਤ ਦੇ ਲੈ ਕੇ ਆ, ਠੰਡੇ। ਤੁਹਾਡੇ ਪੇਪਰ ਕਦੋਂ ਹੋ ਰਹੇ ਨੇ? ਜੀ ਮਈ ਚ। ਅੱਜ ਵਾਲੀ ਫਿਲਮ ਕੈਸੀ ਸੀ ਅਰੋੜਾ ਸਾਹਿਬ? ਲਾਜਵਾਬ, ਕਿਆ ਕਮੇਡੀ ਫਿਲਮ ਸੀ। ਮੈਂ ਤਾਂ 1 ਮਿੰਟ ਵੀ ਹੱਸੇ ਬਿਨਾਂ ਨਹੀਂ ਰਹਿ ਸਕਿਆ। ਕੱਲ ਫੇਰ ਦੇਖਣ ਜਾਣਾ ਪਏਗਾ ਹੁਣ ਤੁਹਾਨੂੰ। ਓ ਸ਼ਿਓਰ, ਚਾਰੇ ਇਕੱਠੇ ਚੱਲਾਂਗੇ। ਲੋ, ਫਿਲਮ ਤੋਂ ਪਹਿਲਾਂ ਸ਼ਰਬਤ ਨਾਲ ਅੱਜ ਦੇ ਨਵੇਂ ਰਿਸ਼ਤੇ ਸੈਲੀਬ੍ਰੇਟ ਕਰਦੇ ਆਂ। ਚੁੱਕੋ ਸਾਰੇ ਸ਼ਰਬਤ ਦੀਆਂ ਖੂਬਸੂਰਤ ਜਾਮ। ਦੀਪਕ ਤੇ ਸੋਨੂ ਦੇ ਨਾਮ। छिपकली साहब जी, बार सुटावा या हाले लोड़ है इस दी? ਸ਼ੱਕ ਅਤੇ ਨਫ਼ਰਤ ਦੀ ਬੁਨਿਆਦ ਤੇ ਉਸਰੇ ਰਿਸ਼ਤੇ ਹਮੇਸ਼ਾ ਕੱਚ ਦੀਆਂ ਕਿਰਚਾਂ ਵਾਂਗ ਹੁੰਦੇ ਹਨ, ਜਿਨ੍ਹਾਂ ਦੀਆਂ ਤਿੱਖੀਆਂ ਨੋਕਾਂ
ਸਾਡੀ ਸੋਚ ਨੂੰ ਜ਼ਹਿਰੀਲਾ ਬਣਾ ਦਿੰਦੀਆਂ ਹਨ।